ਹੈਲੋ ਸਟੂਡੈਂਟਸ, ਕੱਲ੍ਹ ਆਪਾਂ ਸਟਾਰਟ ਕੀਤਾ ਸੀ ਇੰਡੀਅਨ ਪਾਰਟਨਰਸ਼ਿਪ ਐਕਟ 1932। ਉਹਦੇ ਵਿੱਚ ਮੈਂ ਤੁਹਾਨੂੰ ਕੱਲ੍ਹ ਤਿੰਨ ਟੌਪਿਕ ਕਵਰ ਕਰਵਾਏ ਸੀਗੇ। ਦੈਟ ਇਜ਼ ਡੈਫੀਨੇਸ਼ਨ ਆਫ ਪਾਰਟਨਰਸ਼ਿਪ, ਸੈਕਿੰਡ ਕਰਵਾਇਆ ਸੀ ਇਸੈਂਸ਼ੀਅਲ ਐਲੀਮੈਂਟਸ ਆਫ ਪਾਰਟਨਰਸ਼ਿਪ ਐਂਡ ਥਰਡ ਕਰਵਾਇਆ ਸੀ ਟਰੂ ਟੈਸਟ ਆਫ ਪਾਰਟਨਰਸ਼ਿਪ। ਅੱਜ ਮੈਂ ਤੁਹਾਨੂੰ ਅੱਗੇ ਕਰਵਾਵਾਂਗੀ ਜਿਹਦੇ ਵਿੱਚ ਆਪਾਂ ਡਿਫਰੈਂਸਿਸ ਕਵਰ ਕਰਾਂਗੇ। ਤਿੰਨ ਡਿਫਰੈਂਸ ਕਵਰ ਕਰਾਂਗੇ। ਇੱਕ ਡਿਫਰੈਂਸ ਹੋਏਗਾ ਪਾਰਟਨਰਸ਼ਿਪ ਫਾਰਮ ਐਂਡ ਹਿੰਦੂ ਜੁਆਇੰਟ ਫੈਮਿਲੀ ਫਾਰਮ ਦਾ। ਸੈਕਿੰਡ ਹੋਏਗਾ ਪਾਰਟਨਰਸ਼ਿਪ ਫਾਰਮ ਐਂਡ ਕੋ ਓਨਰਸ਼ਿਪ। ਦੈਨ ਥਰਡ ਆਪਾਂ ਡਿਫਰੈਂਸ ਕਰਾਂਗੇ ਪਾਰਟਨਰਸ਼ਿਪ ਫਾਰਮ ਐਂਡ ਕੰਪਨੀ ਦਾ। ਐਂਡ ਉਸ ਤੋਂ ਬਾਅਦ ਆਪਾਂ ਨੈਕਸਟ ਟੌਪਿਕ ਕਰਾਂਗੇ ਆਪਾਂ ਕਾਈਂਡਸ ਆਫ ਪਾਰਟਨਰਸ। ਨੋ ਫਸਟ ਟੌਪਿਕ ਕਰਦੇ ਹਾਂ ਆਪਾਂ ਫਸਟ ਡਿਫਰੈਂਸ ਕਰਦੇ ਹਾਂ ਪਾਰਟਨਰਸ਼ਿਪ ਫਾਰਮ ਐਂਡ ਹਿੰਦੂ ਜੁਆਇੰਟ ਫੈਮਿਲੀ ਫਾਰਮ ਦਾ। ਕੀ ਕਹਿੰਦੇ ਆ, ਜਿਹੜੀ ਪਾਰਟਨਰਸ਼ਿਪ ਹੁੰਦੀ ਆ ਉਹ ਕੰਟਰੈਕਟ ਤੋਂ ਇਰਾਈਜ਼ ਹੁੰਦੀ ਆ, ਸਟੇਟਸ ਤੋਂ ਇਰਾਈਜ਼ ਨਹੀਂ ਹੁੰਦੀ। ਐਂਡ ਜਿਹੜੀ ਹਿੰਦੂ ਜੁਆਇੰਟ ਫੈਮਿਲੀ ਫਾਰਮ ਹੁੰਦੀ ਆ ਉਹ ਸਟੇਟਸ ਤੋਂ ਇਰਾਈਜ਼ ਹੁੰਦੀ ਆ, ਕੰਟਰੈਕਟ ਤੋਂ ਇਰਾਈਜ਼ ਨਹੀਂ ਹੁੰਦੀ। ਐਂਡ ਇਹ ਆਪਰੇਸ਼ਨ ਆਫ ਲਾਅ ਦੁਆਰਾ ਇਰਾਈਜ਼ ਹੁੰਦੀ ਆ। ਠੀਕ ਹੈ। ਸੈਕਿੰਡ ਡਿਫਰੈਂਸ ਕੀ ਆ, ਪਾਰਟਨਰਸ਼ਿਪ ਫਾਰਮ ਦੇ ਵਿੱਚ ਮੈਂਬਰਸ ਨੇ ਜਿਹੜੇ ਉਹ ਬਾਏ ਬਰਥ ਉਹਨਾਂ ਨੂੰ ਰਾਈਟ ਨਹੀਂ ਮਿਲਦਾ। ਐਂਡ ਜਿਹੜੀ ਹਿੰਦੂ ਜੁਆਇੰਟ ਫੈਮਿਲੀ ਦੇ ਵਿੱਚ ਬਿਜ਼ਨਸ ਦਾ ਜਿਹੜਾ ਰਾਈਟ ਹੁੰਦਾ ਗਾ ਉਹ ਬਾਏ ਬਰਥ ਸਨ ਨੂੰ ਮਿਲ ਜਾਂਦਾ ਆ। ਠੀਕ ਹੈ। ਐਵਰੀ ਪਾਰਟਨਰਸ਼ਿਪ ਫਾਰਮ ਹੁੰਦੀ ਹੈ ਜੋ ਪਾਰਟਨਰਸ਼ਿਪ ਐਕਟ 1932 ਦੇ ਅੰਡਰ ਰਜਿਸਟਰਡ ਹੁੰਦੀ ਆ, ਉਹਨਾਂ ਦੇ ਪ੍ਰੋਵੀਜ਼ਨਸ ਦੇ ਦੁਆਰਾ ਰਜਿਸਟਰਡ ਹੁੰਦੀ ਆ। ਇੰਡੀਅਨ ਕੰਟਰੈਕਟ ਐਕਟ 1872 ਏ ਦੇ ਅੰਡਰ ਰਜਿਸਟਰਡ ਹੁੰਦੀ ਹੈ। ਐਂਡ ਜਿਹੜੀ ਜੁਆਇੰਟ ਫੈਮਿਲੀ ਫਰਮ ਹੋਏਗੀ ਉਹ ਹਿੰਦੂ ਲਾਜ਼ ਦੁਆਰਾ ਰਜਿਸਟਰਡ ਹੋਏਗੀ, ਉਹਦੇ ਅੰਡਰ ਕੋਡੀਫਾਈਡ ਹੋਏਗੀ। ਪਾਰਟਨਰਸ਼ਿਪ ਦੇ ਵਿੱਚ ਜਿਹੜੀਆਂ ਰਾਈਟਸ ਐਂਡ ਡਿਊਟੀਜ਼ ਹੁੰਦੀਆਂ ਨੇ ਪਾਰਟਨਰਸ਼ਿਪ ਦੀਆਂ, ਉਹ ਅਕੋਰਡਿੰਗ ਟੂ ਪਾਰਟਨਰਸ਼ਿਪ ਐਗਰੀਮੈਂਟ ਐਂਡ ਅਕੋਰਡਿੰਗ ਟੂ ਪਾਰਟਨਰਸ਼ਿਪ ਐਕਟ ਦੇ ਪ੍ਰੋਵੀਜ਼ਨਸ। ਠੀਕ ਹੈ। ਪ੍ਰੋਵੀਜ਼ਨ ਆਫ ਪਾਰਟਨਰਸ਼ਿਪ ਐਕਟ ਦੇ ਅਕੋਰਡਿੰਗ ਉਹਨਾਂ ਦੀ ਰਾਈਟਸ ਐਂਡ ਡਿਊਟੀਜ਼ ਉਹਨਾਂ ਨੂੰ ਸਾਈਨਡ ਕੀਤੀਆਂ ਹੁੰਦੀਆਂ ਨੇ, ਡੈਟਰਮਾਈਨ ਕੀਤੀਆਂ ਹੁੰਦੀਆਂ ਨੇ, ਮੀਨਸ ਕਿ ਐਕਸਪਲੇਨ ਕੀਤੀਆਂ ਜਾਂਦੀਆਂ ਨੇ। ਹਿੰਦੂ ਜੁਆਇੰਟ ਫੈਮਿਲੀ ਫਾਰਮਸ ਦੇ ਵਿੱਚ ਕੀ ਹੁੰਦੀਆਂ ਨੇ, ਜਿਹੜੀਆਂ ਰਾਈਟਸ ਐਂਡ ਡਿਊਟੀਜ਼ ਹੁੰਦੀਆਂ ਫੈਮਿਲੀ ਦੇ ਮੈਂਬਰਸ ਦੀਆਂ, ਉਹ ਹਿੰਦੂ ਲਾਅ ਦੇ ਜਿਹੜੇ ਮਤਲਬ ਸਿਧਾਂਤ ਨੇ, ਪ੍ਰਿੰਸੀਪਲਸ ਨੇ, ਉਹਨਾਂ ਦੁਆਰਾ ਉਹਨਾਂ ਨੂੰ ਐਕਸਪਲੇਨ ਕੀਤਾ ਜਾਂਦਾ ਹੈਗਾ। ਠੀਕ ਹੈ। ਪਾਰਟਨਰਸ਼ਿਪ ਫਾਰਮ ਦੇ ਵਿੱਚ ਜਿਹੜੇ ਮਤਲਬ ਕੀ ਕਹਿੰਦੇ ਆ, ਫਿਫਥ ਡਿਫਰੈਂਸ ਕੀ ਆ, ਪਾਰਟਨਰਸ਼ਿਪ ਫਾਰਮ ਮੇ ਬੀ ਕੌਨਸਟੀਟਿਊਟਡ ਇਰਰਿਸਪੈਕਟਿਵ ਆਫ ਮੈਂਬਰਸ, ਕਾਸਟ ਐਂਡ ਰਿਲੀਜੀਅਨ। ਪਾਰਟਨਰਸ਼ਿਪ ਫਾਰਮ ਹੈ ਜਿਹੜੀ ਉਹ ਕਾਸਟ ਐਂਡ ਮੈਂਬਰ ਕਾਸਟ ਐਂਡ ਜਿਹੜੀ ਰਿਲੀਜੀਅਨ ਮਤਲਬ ਧਰਮ ਤੋਂ ਹਟ ਕੇ ਮਤਲਬ ਬਣਾਈ ਜਾ ਸਕਦੀ ਜਿਹੜੀ ਪਾਰਟਨਰਸ਼ਿਪ ਫਾਰਮ ਹੈ। ਠੀਕ ਹੈ। ਉਹਦਾ ਐਗਰੀਮੈਂਟ ਮਤਲਬ ਉਹਦੇ ਵਿੱਚ ਕਾਸਟ ਐਂਡ ਰਿਲੀਜੀਅਨ ਵਗੈਰਾ ਨਹੀਂ ਲੈ ਕੇ ਆਉਂਦੇ ਉਹ। ਹਿੰਦੂ ਜੁਆਇੰਟ ਫੈਮਿਲੀ ਦੇ ਵਿੱਚ ਕੀ ਹੈ, ਜਿਹੜੀ ਇਹਦੇ ਵਿੱਚ ਕੀ ਹੁੰਦੇ ਜਿਹੜੇ ਕਿ ਹਿੰਦੂ ਰਿਲੀਜੀਅਨ ਤੱਕ ਲਿਮਿਟਡ ਹੁੰਦੀ ਹੈ ਜਿਹੜੀ ਇਹ ਫਾਰਮ ਹੁੰਦੀ ਆ। ਐਂਡ ਜਿਹੜੇ ਦੇ ਮੈਂਬਰਸ ਨੇ ਉਹ ਇਸੇ ਕਾਸਟ ਨੂੰ ਹੀ ਬਿਲੋਂਗ ਕਰਦੇ ਨੇ। ਠੀਕ ਹੈ। ਸਿਕਸ ਡਿਫਰੈਂਸ ਦੇ ਵਿੱਚ ਕੀ ਹੈ, ਅਗਰ ਕਿਸੇ ਮੈਂਬਰ ਦੀ ਪਾਰਟਨਰਸ਼ਿਪ ਫਾਰਮ ਦੇ ਵਿੱਚ ਅਗਰ ਕਿਸੇ ਪਾਰਟਨਰ ਦੀ ਡੈਥ ਹੋ ਜਾਂਦੀ ਹੈ ਦੈਨ ਪਾਰਟਨਰਸ਼ਿਪ ਫਾਰਮ ਡਿਜ਼ੋਲਵ ਹੋ ਜਾਂਦੀ ਹੈ। ਠੀਕ ਹੈ। ਐਂਡ ਹਿੰਦੂ ਜੁਆਇੰਟ ਫੈਮਿਲੀ ਫਾਰਮ ਦੇ ਵਿੱਚ ਕੀ ਹੁੰਦਾ, ਅਗਰ ਕਿਸੇ ਫੈਮਿਲੀ ਮੈਂਬਰ ਦੀ ਡੈਥ ਹੋ ਜਾਂਦੀ ਹੈ ਦੈਨ ਇਟ ਡਜ਼ ਨਾਟ ਡਿਜ਼ੋਲਵ। ਠੀਕ ਹੈ। ਦੈਨ ਜਿਹੜੀ ਫਾਰਮ ਹੋਏਗੀ ਉਹ ਡਿਜ਼ੋਲਵ ਨਹੀਂ ਹੁੰਦੀ। ਐਂਡ ਜਿਹੜਾ ਡਿਸੀਜ਼ਡ ਹੁੰਦਾ ਮਤਲਬ ਜਿਹੜਾ ਮਤਲਬ ਪਰਸਨ ਦੀ ਡੈਥ ਹੋ ਜਾਂਦੀ ਹੈ ਨਾ, ਉਹਨੂੰ ਆਪਾਂ ਡਿਸੀਜ਼ਡ ਪਰਸਨ ਬੋਲਦੇ ਹਾਂ। ਦੈਨ ਜਿਹੜਾ ਉਹ ਡਿਸੀਜ਼ਡ ਪਰਸਨ ਦਾ ਨੋਮੀਨੀ ਹੈ, ਦੈਟ ਇਜ਼ ਜਿਹੜਾ ਸਕਸੈਸਰ ਹੈਗਾ, ਉਹ ਬਿਜ਼ਨਸ ਨੂੰ ਕੰਟੀਨਿਊ ਕਰਦਾ ਐਂਡ ਉਹਦਾ ਜਿਹੜਾ ਬਿਜ਼ਨਸ ਦਾ ਇੰਟਰਸਟ ਵਗੈਰਾ ਹੁੰਦਾ ਹੈਗਾ ਉਹਨੂੰ ਉਹ ਪ੍ਰਾਪਤ ਕਰ ਲੈਂਦਾ। ਠੀਕ ਹੈ। ਦੈਨ ਸੈਵਨਥ ਡਿਫਰੈਂਸ ਕੀ ਹੈ ਰਾਜੇ, no person can be introduced as a partner without the consent of all members। ਇਹਦੇ ਵਿੱਚ ਕੀ ਹੁੰਦਾ, ਪਾਰਟਨਰਸ਼ਿਪ ਫਾਰਮ ਦੇ ਵਿੱਚ ਕੀ ਹੁੰਦਾ, ਕਿਸੇ ਵੀ ਪਰਸਨ ਨੂੰ ਐਜ਼ ਅ ਪਾਰਟਨਰ ਇੰਟਰੋਡਿਊਸ ਨਹੀਂ ਕੀਤਾ ਜਾ ਸਕਦਾ ਬਿਨਾਂ ਸਾਰੇ ਮੈਂਬਰਸ ਦੀ ਕੰਸੈਂਟ ਤੋਂ ਬਿਨਾਂ। ਕੰਸੈਂਟ ਮੀਨਸ ਸਹਿਮਤੀ ਤੋਂ ਬਿਨਾਂ, ਬਾਕੀ ਮੈਂਬਰਸ ਦੀ ਸਹਿਮਤੀ ਤੋਂ ਬਿਨਾਂ ਕਿਸੇ ਵੀ ਮੈਂਬਰ ਨੂੰ ਜਾਂ ਕਿਸੇ ਪਰਸਨ ਨੂੰ ਉਹ ਐਜ਼ ਅ ਪਾਰਟਨਰ ਡਿਕਲੇਅਰ ਨਹੀਂ ਕਰ ਸਕਦੇ। ਠੀਕ ਹੈ। ਇੱਧਰ ਜੁਆਇੰਟ ਫੈਮਿਲੀ ਵਾਲੇ ਦੇ ਵਿੱਚ ਕੀ ਹੁੰਦਾ, ਅ ਮੈਂਬਰ ਆਫ ਹਿੰਦੂ ਜੁਆਇੰਟ ਫੈਮਿਲੀ ਐਕਵਾਇਰ ਐਨ ਇੰਟਰਸਟ ਇਨ ਦੀ ਫਰਮ ਬਿਜ਼ਨਸ ਬਾਈ ਬਰਥ, ਮੈਰਿਜ, ਅਡੋਪਸ਼ਨ ਐਟਸੈਟਰਾ। ਇਹਦੇ ਵਿੱਚ ਕੀ ਹੁੰਦਾ, ਜਿਹੜਾ ਮਤਲਬ ਹਿੰਦੂ ਜੁਆਇੰਟ ਫੈਮਿਲੀ ਦਾ ਮੈਂਬਰ ਹੈਗਾ ਉਹ ਫਾਰਮ ਦੇ ਵਿੱਚ ਆਪਣੇ ਇੰਟਰਸਟ ਨੂੰ ਐਕਵਾਇਰ ਕਰ ਸਕਦਾ, ਪ੍ਰਾਪਤ ਕਰ ਸਕਦਾ ਗਾ, ਉਹਦੇ ਇੰਟਰਸਟ ਨੂੰ ਲੈ ਸਕਦਾ, ਜਾਂ ਤਾਂ ਬਾਈ ਬਰਥ ਵੀ ਹੋ ਜਾਂਦਾ। ਠੀਕ ਹੈ। ਬਾਈ ਬਰਥ ਆਪਾਂ ਦੇਖਦੇ ਨਾ ਵੀ ਉਹਦਾ ਮਤਲਬ ਮੈਂਬਰ ਬਣ ਜਾਂਦਾ ਗਾ ਜੁਆਇੰਟ ਫੈਮਿਲੀ ਦਾ। ਅਤੇ ਅਗਰ ਉਹਦੀ ਮੈਰਿਜ ਹੋ ਜਾਂਦੀ ਹੈ ਮੰਨ ਲਓ ਤਾਂ ਵੀ ਉਸ ਫੈਮਿਲੀ ਦਾ ਮੈਂਬਰ ਹੋ ਜਾਏਗਾ। ਠੀਕ ਹੈ। ਉਹਦੇ ਇੰਟਰਸਟ ਨੂੰ ਐਕਵਾਇਰ ਕਰ ਸਕਦਾ। ਐਂਡ ਇਨ ਅਡੋਪਸ਼ਨ ਦੇ ਕੇਸ ਵਿੱਚ ਵੀ ਉਹ ਜੁਆਇੰਟ ਫੈਮਿਲੀ ਦਾ ਮੈਂਬਰ ਬਣ ਸਕਦਾ ਐਂਡ ਫਾਰਮ ਦੇ ਇੰਟਰਸਟਸ ਨੂੰ ਐਕਵਾਇਰ ਕਰ ਸਕਦਾ। ਠੀਕ ਹੈ। ਇਹਦੇ ਵਿੱਚ ਕਿਸੇ ਵੀ ਮੈਂਬਰ ਦੀ ਕੰਸੈਂਟ ਲੈਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ। ਦੈਨ ਨੈਕਸਟ ਡਿਫਰੈਂਸ ਕੀ ਆ, ਦੈਟ ਇਜ਼ 8th ਡਿਫਰੈਂਸ, ਪਾਰਟਨਰਸ਼ਿਪ ਦੇ ਵਿੱਚ ਕੋਈ ਵੀ ਮੈਂਬਰ
ਕੋ ਪਾਰਟਨਰਸ ਦੁਆਰਾ ਜੋ ਕੰਮ ਕੀਤਾ ਜਾ ਰਿਹਾ ਠੀਕ ਹੈ ਉਹਦੇ ਲਈ ਅਕਾਊਂਟਸ ਨੂੰ ਚੈੱਕ ਕਰਨ ਲਈ ਉਹ ਕਹਿ ਸਕਦਾ ਉਹ ਪ੍ਰੋਫਿਟ ਐਂਡ ਲੋਸ ਦੀਆਂ ਡਿਟੇਲਸ ਨੂੰ ਵੀ ਦੇਖਣ ਲਈ ਕਹਿ ਸਕਦਾ ਬਟ ਹਿੰਦੂ ਜੁਆਇੰਟ ਫੈਮਿਲੀ ਦੇ ਵਿੱਚ ਕੋਈ ਵੀ ਮੈਂਬਰ ਪ੍ਰੋਫਿਟ ਐਂਡ ਲੋਸ ਦੇ ਅਕਾਊਂਟਸ ਨੂੰ ਦੇਖਣ ਲਈ ਨਹੀਂ ਕਹਿ ਸਕਦਾ ਠੀਕ ਹੈ 9 ਪੁਆਇੰਟ ਕੀ ਹੈ ਰਾਜੇ ਪਾਰਟਨਰਸ਼ਿਪ ਇੱਕ ਸਪੈਸੀਫਿਕ ਐਪਲੀਕੇਸ਼ਨ ਆਫ ਪ੍ਰਿੰਸੀਪਲ ਆਫ ਏਜੰਸੀ ਹੈ ਮਤਲਬ ਪਾਰਟਨਰਸ਼ਿਪ ਦੇ ਵਿੱਚ ਇੱਕ ਸਪੈਸੀਫਿਕ ਐਪਲੀਕੇਸ਼ਨ ਮਤਲਬ ਇੱਕ ਸਪੈਸੀਫਿਕ ਸਿਧਾਂਤ ਹੈ ਜਿਹੜਾ ਮਤਲਬ ਪ੍ਰਿੰਸੀਪਲ ਆਫ ਏਜੰਸੀ ਆ ਉਹ ਅਪਲਾਈ ਹੁੰਦਾ ਮਤਲਬ ਕੀ ਹੈ ਇਹਦੇ ਵਿੱਚ ਵੀ ਜਿਹੜੇ ਪਾਰਟਨਰਸ ਨੇ ਉਹ ਐਜ਼ ਅ ਪ੍ਰਿੰਸੀਪਲ ਐਂਡ ਐਜ਼ ਅ ਏਜੰਟ ਐਕਟ ਕਰਦੇ ਨੇ ਠੀਕ ਹੈ ਐਂਡ ਜੁਆਇੰਟ ਹਿੰਦੂ ਫੈਮਿਲੀ ਫਰਮ ਦੇ ਕੇਸ ਵਿੱਚ ਇੱਦਾਂ ਦਾ ਪ੍ਰਿੰਸੀਪਲ ਕੋਈ ਵੀ ਅਪਲਾਈ ਨਹੀਂ ਹੁੰਦਾ The next difference is partnership ਦੇ ਵਿੱਚ every partner principal and as a agent of the firm act ਕਰਦਾ ਇਸ ਲਈ ਜਿਹੜੇ ਸਾਰੇ ਪਾਰਟਨਰਸ ਹੁੰਦੇ ਨੇ ਉਹ ਐਕਟ ਜੋ ਮਤਲਬ ਕੰਮ ਕਰ ਰਹੇ ਨੇ ਹੈ ਨਾ ਉਹਦੇ ਲਈ ਉਹ ਲਾਇਬਲ ਹੋਣਗੇ ਜੋ ਫਰਮ ਦੇ ਬਿਜ਼ਨਸ ਨੂੰ ਕੰਡਕਟ ਕਰ ਰਹੇ ਆ ਮਤਲਬ ਜੋ ਪਾਰਟਨਰਸ ਫਰਮ ਦੇ ਬਿਜ਼ਨਸ ਨੂੰ ਕੰਡਕਟ ਕਰ ਰਹੇ ਨੇ ਜੋ ਉਹ ਐਕਟ ਕਰ ਰਹੇ ਨੇ ਐਜ਼ ਅ ਪ੍ਰਿੰਸੀਪਲ ਜਾਂ ਐਜ਼ ਅ ਏਜੰਟ ਉਹ ਐਕਟ ਕਰ ਰਹੇ ਨੇ ਉਹਦੇ ਲਈ ਉਹ ਸਾਰੇ ਲਾਇਬਲ ਹੋਣਗੇ ਐਂਡ ਹਿੰਦੂ ਜੁਆਇੰਟ ਫੈਮਿਲੀ ਦੇ ਵਿੱਚ ਕੀ ਹੁੰਦਾ ਰਾਜੇ ਜਿਹੜਾ ਉਹਦਾ ਮੈਂਬਰ ਹੈ ਮੈਂਬਰ ਮੀਨਸ ਮਤਲਬ ਹਿੰਦੂ ਜੁਆਇੰਟ ਫੈਮਿਲੀ ਦੇ ਵਿੱਚ ਮੈਂਬਰਸ ਦੇ ਦੁਆਰਾ ਜੋ ਇੱਕ ਮੈਨੇਜਰ ਉਹਨਾਂ ਨੇ ਨਿਰਧਾਰਿਤ ਕੀਤਾ ਹੋਊਗਾ ਇੱਕ ਮੈਨੇਜਰ ਅਪੁਆਇੰਟ ਕੀਤਾ ਹੋ ਵੈਸਟਡ ਮੀਨਸ ਕੀ ਹੁੰਦਾ ਨਿਰਧਾਰਿਤ ਕਰਨਾ ਮਤਲਬ ਇੱਕ ਪਰਸਨ ਨੂੰ ਐਜ਼ ਆ ਮੈਨੇਜਰ ਸਿਲੈਕਟ ਕਰ ਲੈਣਾ ਠੀਕ ਹੈ ਇਹਦੇ ਵਿੱਚ ਕੀ ਹੁੰਦਾ ਮਤਲਬ ਇੱਕ ਮਤਲਬ ਹਿੰਦੂ ਜੁਆਇੰਟ ਫੈਮਿਲੀ ਦੇ ਵਿੱਚ ਇੱਕ ਮਤਲਬ ਬੰਦੇ ਨੂੰ ਇੱਕ ਮੈਨੇਜਰ ਇੱਕ ਮੈਂਬਰ ਨੂੰ ਐਜ਼ ਏ ਮੈਨੇਜਰ ਅਪੁਆਇੰਟ ਕਰ ਲਿਆ ਜਾਂਦਾ ਠੀਕ ਹੈ ਫੈਮਿਲੀ ਦੇ ਵਿੱਚੋਂ ਹੀ ਅਤੇ ਉਹਨੂੰ ਹੀ ਰਾਈਟ ਹੁੰਦਾ ਗਾ ਲੋਨ ਲੈਣ ਦੇ ਲਈ ਜਾਂ ਫੈਮਿਲੀ ਦੇ ਬਿਜ਼ਨਸ ਨੂੰ ਕੰਡਕਟ ਕਰਨ ਦੇ ਲਈ ਜਿਹੜੀ ਫੈਮਿਲੀ ਦੀ ਪ੍ਰੋਪਰਟੀ ਹੈਗੀ ਉਹਨੂੰ ਗਹਿਣੇ ਰੱਖ ਸਕਦਾ ਪਲੈਜ ਹੁੰਦਾ ਗਹਿਣੇ ਰੱਖਣਾ ਠੀਕ ਹੈ ਮਤਲਬ ਕੋਈ ਪ੍ਰੋਪਰਟੀ ਹੈਗੀ ਉਹਨੂੰ ਗਹਿਣੇ ਰੱਖ ਸਕਦਾ ਉਹ ਬਟ ਜਿਹੜੇ ਅਦਰ ਜਿਹੜੇ ਫੈਮਿਲੀ ਮੈਂਬਰਸ ਹੋਣਗੇ ਉਹਨਾਂ ਕੋਲ ਐਸਾ ਕੋਈ ਰਾਈਟ ਨਹੀਂ ਹੋਊਗਾ ਵੀ ਉਹ ਲੋਨ ਲੈ ਸਕਣ ਜਾਂ ਮਤਲਬ ਕੋਈ ਬਿਜ਼ਨਸ ਰਿਲੇਟਡ ਹੋਰ ਕੋਈ ਕੰਮ ਕਰ ਸਕਣ ਉਹਦੇ ਵਿੱਚ ਸਿਰਫ ਇੱਕ ਮੈਨੇਜਰ ਬੰਦਾ ਹੁੰਦਾ ਜਿਹੜਾ ਉਹੀ ਉਹਦੇ ਕੋਲੇ ਹੀ ਇਹ ਰਾਈਟਸ ਹੁੰਦੇ ਨੇ The next point difference ਕੀ ਹੈਗਾ there is restriction of the maximum number of members in the case of a partnership firm ਕੀ ਕਹਿੰਦੇ ਆ ਜਿਹੜੇ ਪਾਰਟਨਰਸ਼ਿਪ ਫਰਮ ਦੇ ਕੇਸ ਦੇ ਵਿੱਚ ਜਿਹੜੇ ਮੈਕਸੀਮਮ ਨੰਬਰ ਆਫ ਮੈਂਬਰਸ ਦੀ ਰੈਸਟ੍ਰਿਕਸ਼ਨ ਹੁੰਦੀ ਆ ਇਹਦੇ ਵਿੱਚ ਮਿਨੀਮਮ 2 ਮੈਂਬਰਸ ਹੁੰਦੇ ਆ ਐਂਡ ਮੈਕਸੀਮਮ 50 ਮੈਂਬਰਸ ਹੁੰਦੇ ਆ ਇਹਨਾਂ ਨੇ ਤੇ 20 ਲਿਖਿਆ 20 ਮੈਂਬਰਸ ਨਹੀਂ ਅਲਾਉਡ ਹੁੰਦੇ ਹੁਣ 50 ਹੋ ਗਏ ਐਂਡ ਸੈਕਸ਼ਨ 465 ਪਾਰਟਨਰਸ਼ਿਪ ਐਕਟ 1932 ਦੇ ਅਕੋਰਡਿੰਗ 100 ਮੈਂਬਰਸ ਤੋਂ ਜ਼ਿਆਦਾ ਮੈਂਬਰਸ ਨਹੀਂ ਹੋਣੇ ਚਾਹੀਦੇ ਐਂਡ ਜੁਆਇੰਟ ਹਿੰਦੂ ਫੈਮਿਲੀ ਦੇ ਵਿੱਚ ਕੋਈ ਵੀ ਰੈਸਟ੍ਰਿਕਸ਼ਨ ਨਹੀਂ ਹੁੰਦੀ ਨਾ ਕੋਈ ਮਿਨੀਮਮ ਮੈਂਬਰ ਦੀ ਰੈਸਟ੍ਰਿਕਸ਼ਨ ਹੁੰਦੀ ਹੈ ਨਾ ਕੋਈ ਮੈਕਸੀਮਮ ਮੈਂਬਰਸ ਦੀ ਰੈਸਟ੍ਰਿਕਸ਼ਨ ਹੁੰਦੀ ਹੈ ਠੀਕ ਹੈ ਇਹ ਆਪਣਾ ਡਿਫਰੈਂਸ ਸੀਗਾ ਪਾਰਟਨਰਸ਼ਿਪ ਐਂਡ ਹਿੰਦੂ ਜੁਆਇੰਟ ਫੈਮਿਲੀ ਦੇ ਵਿੱਚ ਹੁਣ ਆਪਾਂ ਨੈਕਸਟ ਡਿਫਰੈਂਸ ਕਰ ਰਹੇ ਹਾਂ ਰਾਜੇ ਪਾਰਟਨਰਸ਼ਿਪ ਐਂਡ ਕੋ ਓਨਰਸ਼ਿਪ ਦੇ ਵਿੱਚ ਡਿਫਰੈਂਸ ਬਿਟਵੀਨ ਪਾਰਟਨਰਸ਼ਿਪ ਐਂਡ ਕੋ ਓਨਰਸ਼ਿਪ ਪਾਰਟਨਰਸ਼ਿਪ ਹੈ ਜੋ ਉਹ ਇੱਕ ਕੰਟਰੈਕਚੁਅਲ ਰਿਲੇਸ਼ਨਸ਼ਿਪ ਦੇ ਉੱਪਰ ਬੇਸਡ ਹੁੰਦੀ ਹੈ ਠੀਕ ਹੈ ਮਤਲਬ ਕੰਟਰੈਕਚੁਅਲ ਰਿਲੇਸ਼ਨਸ਼ਿਪ ਮੀਨਸ ਇਹਦੇ ਵਿੱਚ ਇੱਕ ਕੰਟਰੈਕਟ ਕੀਤਾ ਜਾਂਦਾ ਹੈ ਬਿਟਵੀਨ ਦ 2 ਔਰ ਮੋਰ ਪਰਸਨਸ ਜਾਂ ਐਸੋਸੀਏਸ਼ਨ ਆਫ ਪਰਸਨਸ ਜਾਂ ਗਰੁੱਪ ਆਫ ਪਰਸਨ ਦੇ ਵਿੱਚ ਠੀਕ ਹੈ ਕਿ ਮਤਲਬ ਕੰਟਰੈਕਟ ਕੀਤਾ ਜਾਂਦਾ ਉਹ ਠੀਕ ਹੈ ਫਿਰ ਹੀ ਪਾਰਟਨਰਸ਼ਿਪ ਕ੍ਰੀਏਟ ਹੁੰਦੀ ਆ ਜਾਂ ਅਰਾਈਜ਼ ਹੁੰਦੀ ਆ ਤਾਂ ਇਸ ਲਈ ਕੀ ਕਿਹਾ ਗਿਆ ਹੈਗਾ ਜਿਹੜੀ ਪਾਰਟਨਰਸ਼ਿਪ ਹੈ ਕੰਟਰੈਕਚੁਅਲ ਰਿਲੇਸ਼ਨਸ਼ਿਪ ਦੇ ਉੱਪਰ ਬੇਸਡ ਹੁੰਦੀ ਆ ਇਹ ਜੋ ਕੋ ਓਨਰਸ਼ਿਪ ਹੁੰਦੀ ਆ ਆਪਰੇਸ਼ਨ ਆਫ ਲਾਅ ਦੁਆਰਾ ਬੇਸਡ ਹੁੰਦੀ ਹੈ ਮਤਲਬ ਉਹਦੇ ਆਪਰੇਸ਼ਨ ਆਫ ਲਾਅ ਦੁਆਰਾ ਕੋ ਓਨਰਸ਼ਿਪ ਆਉਂਦੀ ਆ ਮਤਲਬ ਕੀ ਕਹਿੰਦੇ ਆ ਇਹਦੇ ਵਿੱਚ ਕੀ ਹੁੰਦਾ ਜੇ ਮੰਨ ਲਓ ਇੱਕ ਪਰਸਨ ਹੈਗਾ ਠੀਕ ਹੈ ਇੱਕ ਫਾਦਰ ਹੈ ਉਹਦੇ ਅੱਗੇ 4 ਪੁੱਤਰ ਨੇ ABCD ਐਂਡ ਜਿਹੜਾ ਫਾਦਰ ਹੈਗਾ ਉਹ ਮਤਲਬ ਜੋ ਫਾਦਰ ਹੈ ਜੋ ਐਕਸ ਪਰਸਨ ਹੈਗਾ ਉਹਦੀ ਡੈਥ ਹੋ ਜਾਂਦੀ ਹੈ ਐਂਡ ਜਿਹੜੀ ਉਹਦੀ ਵੀ ਕੋਈ ਵੀ ਪ੍ਰੋਪਰਟੀ ਹੈ ਜਾਂ ਉਹਦਾ ਜਿੰਨਾ ਵੀ ਕੰਮ ਕਾਰ ਹੈ ਠੀਕ ਹੈ ਉਹਦੇ ਜਿਹੜੇ ਅੱਗੇ 4 ਬੇਟੇ ਨੇ ABCD ਉਹਨਾਂ ਵਿੱਚ ਕੀ ਹੋ ਜਾਊਗਾ ਡਿਵਾਈਡ ਹੋ ਜੂ ਮਤਲਬ ਉਹਨਾਂ ਨੂੰ ਉਹਨਾਂ ਦੇ ਹਿੱਸੇ ਦੇ ਅਕੋਰਡਿੰਗ ਸਾਰਾ ਕੁਛ ਮਿਲ ਜੂਗਾ ਹੈ ਨਾ ਹਿੱਸਾ ਮਤਲਬ ਮਿਲ ਜੂ ਉਹਨਾਂ ਨੂੰ ਤਾਂ ਉਹਨੂੰ ਕੀ ਬੋਲਦੇ ਨੇ ਕੋ ਓਨਰਸ਼ਿਪ ਬੋਲਦੇ ਇਸ ਕਰਕੇ ਆਪਰੇਸ਼ਨ ਆਫ ਲਾਅ ਦੁਆਰਾ ਜਿਹੜੀ ਕੋ ਓਨਰਸ਼ਿਪ ਆਉਂਦੀ ਆ ਨੈਕਸਟ ਪੁਆਇੰਟ ਕੀ ਆ ਆਬਜੈਕਟ
पार्टनरशिप का ऑबजैक्ट की हुंदा है, एक मतलब कोई भी बिजनेस करना एंड वो बिजनेस जो कर रहे हैं वो मेन एम की होना चाहिए, मेन मोटिव की होना चाहिए, प्रॉफिट अर्न करना। ठीक है। एंड जी को ओनरशिप दे विच कोई भी बिजनेस परपज़ के लिए को ओनरशिप नहीं होंगी, ये कोई मतलब जो ना तो कोई बिजनेस परपज़ लिए होंगे ना कोई प्रॉफिट अर्न परपज़ लिए होंगी है। ठीक है। दैन थर्ड पॉइंट की है जी ट्रांसफर ऑफ इनकम। ये की है भी जो कोई भी पार्टनर है वो अपने इंटरस्ट नू मतलब जो शेयर्स तो इंटरस्ट आ रहा है ਜਾਂ ਉਹਨਾਂ ਨੂੰ कोई प्रॉफिट हो रहा ਉਹ ਬਾਕੀ ਅਦਰ ਪਾਰਟਨਰਸ ਜੋ ਹੋਰ ਪਾਰਟਨਰਸ ਨੇ ਹੈ ਨਾ ਉਹਨਾਂ ਦੀ ਕੰਸੈਂਟ ਤੋਂ ਬਿਨਾ ਉਹ ਸ਼ੇਅਰ ਨਹੀਂ ਕਰ ਸਕਦਾ, ਟਰਾਂਸਫਰ ਨਹੀਂ ਕਰ ਸਕਦਾ ਉਹ। ਬਟ ਕੋ ਓਨਰ ਹੈ ਜੋ ਉਹ ਆਪਣੇ ਇੰਟਰਸਟ ਨੂੰ ਕਿਸੇ ਵੀ ਟਾਈਮ 'ਤੇ ਟਰਾਂਸਫਰ ਕਰ ਸਕਦਾ ਬਾਕੀ ਕੋ ਓਨਰਸ ਨੂੰ ਦੱਸੇ ਬਿਨਾ। मतलब बाकी ਜਿਹੜੇ ਕੋ ਓਨਰਸ ਆ ਉਹਨਾਂ ਦੀ ਸਹਿਮਤੀ ਦੀ ਜ਼ਰੂਰਤ ਨਹੀਂ ਹੁੰਦੀ, ਉਹਨਾਂ ਨੂੰ ਵਿੱਚ ਇਨਵੋਲਵ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਜਿਹੜਾ ਇੱਕ ਕੋ ਓਨਰ ਹੁੰਦਾ ਆਪਣੇ ਇੰਟਰਸਟ ਨੂੰ ਕਿਸੇ ਵੀ ਟਾਈਮ 'ਤੇ ਕਿਸੇ ਨੂੰ ਵੀ ਟਰਾਂਸਫਰ ਕਰ ਸਕਦਾ ਹੈ। फोर्थ पॉइंट इज़ एजेंसी रिलेशनशिप। पार्टनर्स ने जो वो एज अ एजेंट बिजनेस दे विच एज अ एजेंट और एज अ प्रिंसीपल एक्ट करते हैं। ठीक है। ਜਦੋਂ ਉਹ ਐਜ਼ ਏ ਪ੍ਰਿੰਸੀਪਲ ਐਂਡ ਐਜ਼ ਏ ਏਜੰਟ ਐਕਟ ਕਰ ਰਹੇ ਹੁੰਦੇ ਆ, ਮਤਲਬ ਜੋ ਬੰਦਾ ਐਜ਼ ਆ ਪ੍ਰਿੰਸੀਪਲ ਕੰਮ ਕਰਦਾ ਉਹ ਫਰਮ ਨੂੰ ਵੀ ਐਂਡ ਬਾਕੀ ਦੇ ਪਾਰਟਨਰਸ ਨੂੰ ਵੀ ਉਹ ਮਤਲਬ ਬਾਈਂਡ ਕਰ ਲੈਂਦਾ। ਠੀਕ ਹੈ। ਐਂਡ ਇਹਦੇ ਵਿੱਚ ਜਿਹੜੀ ਕੋ ਓਨਰਸ਼ਿਪ ਦੇ ਵਿੱਚ ਐਸਾ ਕੋਈ ਵੀ ਏਜੰਸੀ ਵਾਲਾ ਰਿਲੇਸ਼ਨਸ਼ਿਪ ਐਗਜ਼ਿਸਟ ਨਹੀਂ ਕਰਦਾ। ठीक है। ये मतलब हर को ओनर है मतलब जो इंडिविजुअली को ओनर्स ने जोड़े वो अपनी इंडिविजुअली डीड्स से रिस्पॉन्सिबल होंगे। ठीक है। ये 4 पॉइंट सीगे पार्टनरशिप एंड को ओनरशिप के डिफरेंस थे। एंड थर्ड डिफरेंस है जी पार्टनरशिप वर्सिस कंपनी। First point is the members of a partnership firm are called partners and the member of company are called shareholders। जो पार्टनरशिप के मैंबरस होंगे ने उन्होंने पार्टनर्स कहा जाता है, जो कंपनी के मैंबरस होंगे उन्होंने शेयर होल्डर्स कहा जाता है। शेयर होल्डर दो तरह के होंगे हैं, प्रेफरेंस शेयर होल्डर एंड इक्विटी शेयर होल्डर्स है ना। दैन सैकेंड पॉइंट इज़ पार्टनरशिप बिजनेस है जो वो इंडियन पार्टनरशिप एक्ट 1932 के अंडर रजिस्टर्ड होंगी है एंड जो अपनी कंपनी होंगी है। ठीक है। वो इंडियन कंपनी एक्ट 2013 के अंडर रजिस्टर्ड होंगी है। पार्टनरशिप फर्म है जो दो या दो तो ज़्यादा परसनस के विचकार कॉन्ट्रैक्ट करन द्वारा ही वो क्रिएट होंगी है एंड जी कंपनी आ वो बाय लॉ क्रिएट होंगी है। मतलब वो जो अगर इंडियन कंपनी एक्ट 2013 के अंडर वो अगर रजिस्टर्ड होएगी ठीक है तो ही वो कंपनी की होएगी क्रिएट होएगी। The fourth point is the rules of a partnership are to be registered by the state government। जो पार्टनरशिप के रूल होंगे स्टेट गवर्नमेंट द्वारा रजिस्टर्ड होने चाहिए ने नहीं स्टेट गवर्नमेंट द्वारा रजिस्टर्ड होंगे ने। एंड कंपनी के केस में जो सेंट्रल गवर्नमेंट द्वारा जो रूल्स होंगे रेगूलेट किए जाते हैं। रजिस्ट्रेशन ऑफ फर्म इज़ नॉट नैसेसरी। फर्म की रजिस्ट्रेशन वो नैसेसरी नहीं है, बट जी कंपनी की रजिस्ट्रेशन वो नैसेसरी है, इट्स अ मैंडेटरी डॉक्यूमेंट इन द केस ऑफ पार्टनरशिप इज़ पार्टनरशिप डीड। की कहते हैं जी पार्टनरशिप के मैंडेटरी डॉक्यूमेंट है दैट इज़ अ पार्टनरशिप डीड। बट कंपनी के जो मैंडेटरी डॉक्यूमेंट्स ने वो किहड़े होंगे ने मैमोरेंडम ऑफ एसोसीएशनस एंड आर्टिकल ऑफ एसोसीएशनस। द सैवनथ पॉइंट इज़ पार्टनरशिप फर्म है जो वो एक सैपरेट लीगल एंटिटी नहीं होंगी। जी पार्टनरशिप फर्म है उन्होंने पार्टनर्स तो सैपरेट नहीं किया जा सकता, बट जी कंपनी होंगी वो अपने आप दे विच एक आर्टिफिशियल परसन होंगी आ। जी कंपनी होंगी वो मैंबरस तो कंपनी के मैंबरस तो उन्होंने बिल्कुल ही अलग भी किया जा सकता, वो एक सैपरेट लीगल एंटिटी होंगी आ। 8th पॉइंट की है जो पार्टनर्स होंगे उन्होंने जी लाइबिलिटी वो अनलिमिटेड होंगी, जो शेयर होल्डर्स की लाइबिलिटी है कंपनी के लिमिटेड होंगी है। मतलब लिमिटेड होंगी जो शेयर होल्डर्स ने जिन्ना पैसा इन्वेस्ट किया जिन्ने शेयरस उन्होंने बाई किए ने उत्थे तक उन्होंने जी लिमिट उन्होंने लाइबिलिटी उत्थे तक ही होंगी है। एंड पार्टनरशिप दे विच जी स्टैंप जो मतलब जो आप की कहते रजिस्ट्रेशन होंगी है ना दैन स्टैंप भी लगाई जाती है कंपनी के मतलब कागज़ों के उपर ना पेपर्स के उपर। जी पार्टनरशिप दे विच जी स्टैंप इन्नी उहदी कोई भी रिक्वायरमेंट नहीं होंगी, पर जी कंपनी के केस में जी स्टैंप ड्यूटी है दैट इज़ रिक्वायर्ड। ठीक है। ये अपन ना 3 डिफरेंस करवाए मैं थोनों। पहला डिफरेंस करवाया पार्टनरशिप एंड जॉइंट हिंदू फैमिली
ਫਰਮ ਦੇ ਵਿੱਚ, ਸੈਕਿੰਡ ਕਰਵਾਇਆ ਪਾਰਟਨਰਸ਼ਿਪ ਐਂਡ ਕੋ ਓਨਰਸ਼ਿਪ, ਥਰਡ ਡਿਫਰੈਂਸ ਕਰਵਾਇਆ ਪਾਰਟਨਰਸ਼ਿਪ ਐਂਡ ਕੰਪਨੀ 'ਚ। ਹੁਣ ਆਪਾਂ ਸੈਕਿੰਡ ਅੱਗੇ ਟੌਪਿਕ ਕਰ ਰਹੇ ਹਾਂ ਟਾਈਪਸ ਆਫ ਪਾਰਟਨਰਸ, ਇਹਨਾਂ ਨੂੰ ਕਾਈਂਡਸ ਆਫ ਪਾਰਟਨਰਸ ਵੀ ਕਿਹਾ ਜਾਂਦਾ ਹੈ, ਠੀਕ ਹੈ। 6 ਟਾਈਪਸ ਨੇ, ਐਕਚੁਅਲ ਪਾਰਟਨਰ, ਸਲੀਪਿੰਗ ਪਾਰਟਨਰ, ਨੋਮੀਨਲ ਪਾਰਟਨਰ, ਸਬ ਪਾਰਟਨਰ, ਪਾਰਟਨਰ ਇਨ ਪ੍ਰੋਫਿਟਸ ਓਨਲੀ ਐਂਡ ਮਾਈਨਰ ਐਜ਼ ਅ ਪਾਰਟਨਰ। ਸਭ ਤੋਂ ਪਹਿਲਾਂ ਕਰਵਾਵਾਂਗੇ ਐਕਚੁਅਲ ਪਾਰਟਨਰ। ਐਕਚੁਅਲ ਪਾਰਟਨਰ ਦੇ ਵਿੱਚ ਕੀ ਹੁੰਦਾ, ਕੀ ਕਹਿੰਦਾ, ਐਕਚੁਅਲ ਪਾਰਟਨਰ ਨੂੰ ਆਪਾਂ ਐਕਟਿਵ ਪਾਰਟਨਰ ਵੀ ਕਹਿੰਦੇ ਹਾਂ, ਠੀਕ ਹੈ। ਕੀ ਕਹਿੰਦੇ ਆ, ਇੱਕ ਐਕਟਿਵ ਪਾਰਟਨਰ ਕੌਣ ਹੁੰਦਾ, ਇਹ ਅ ਪਾਰਟਨਰ, ਇਹ ਬੇਟਾ ਤੁਹਾਡੀ ਬੁੱਕ ਦੇ ਵਿੱਚ ਐਕਸਪਲੇਨ ਕੀਤਾ ਹੋਇਆ, ਠੀਕ ਹੈ, ਮੈਂ ਤੁਹਾਡੀ ਬੁੱਕ ਤੋਂ ਹੀ ਕਰਵਾ ਰਹੀ ਹਾਂ ਟੌਪਿਕ। ਅ ਪਾਰਟਨਰ ਹੂ ਇਜ਼ ਐਕਟਿਵਲੀ ਇੰਗੇਜਡ ਇਨ ਦੀ ਕੰਡਕਟ ਆਫ ਅ ਬਿਜ਼ਨਸ ਇਜ਼ ਕਾਲਡ ਐਕਚੁਅਲ ਪਾਰਟਨਰ। ਇੱਕ ਪਾਰਟਨਰ ਜੋ ਪੂਰੇ ਐਕਟਿਵ ਤਰੀਕੇ ਨਾਲ ਬਿਜ਼ਨਸ ਨੂੰ ਕੰਡਕਟ ਕਰ ਰਿਹਾ, ਬਿਜ਼ਨਸ ਦੇ ਸਾਰੇ ਮਤਲਬ ਡਿਸੀਜ਼ਨਸ ਵਗੈਰਾ ਲੈ ਰਿਹਾ, ਠੀਕ ਹੈ, ਉਹਨੂੰ ਐਕਟਿਵਲੀ ਹੋ ਕੇ ਬਿਜ਼ਨਸ ਨੂੰ ਕੰਡਕਟ ਕਰ ਰਿਹਾ, ਉਹ ਕੌਣ ਹੁੰਦਾ, ਉਹ ਐਕਚੁਅਲ ਔਰ ਐਕਟਿਵ ਪਾਰਟਨਰ ਹੁੰਦਾ। ਐਂਡ ਜਿਹੜਾ ਉਹ ਪਾਰਟਨਰ ਹੁੰਦਾ ਉਹ ਆਪਣੇ ਆਪ ਨੂੰ ਬਾਈਂਡ ਕਰਦਾ, ਐਂਡ ਜਿਹੜੇ ਅਦਰ ਪਾਰਟਨਰਸ ਹੁੰਦੇ ਨੇ ਉਹਨਾਂ ਨੂੰ ਵੀ ਆਪਣੇ ਕੰਮ ਦੇ ਦੁਆਰਾ ਕੀ ਕਰ ਲੈਂਦਾ, ਬਾਈਂਡ ਕਰ ਲੈਂਦਾ। ਸੈਕਿੰਡ ਪੁਆਇੰਟ ਕੀ ਹੈ ਰਾਜੀ, ਸਲੀਪਿੰਗ ਪਾਰਟਨਰ। ਸਲੀਪਿੰਗ ਪਾਰਟਨਰ ਨੂੰ ਡੋਰਮੈਂਟ ਪਾਰਟਨਰ ਵੀ ਕਿਹਾ ਜਾਂਦਾ, ਠੀਕ ਹੈ। ਸਲੀਪਿੰਗ ਪਾਰਟਨਰ ਕੌਣ ਹੁੰਦਾ, ਨਾ ਤਾਂ ਉਹ ਐਕਟਿਵ ਪਾਰਟਨਰ ਹੁੰਦਾ, ਨਾ ਉਹ ਐਜ਼ ਏ ਮਤਲਬ ਨਾ ਉਹ ਪਬਲਿਕ ਨੂੰ ਜਾਣਦਾ ਹੁੰਦਾ ਐਜ਼ ਏ ਪਾਰਟਨਰ, ਨਾ ਕੀ ਕਹਿੰਦੇ ਆ। ਐਂਡ ਜਿਹੜਾ ਡੋਰਮੈਂਟ ਪਾਰਟਨਰ ਹੁੰਦਾ ਹੈ ਉਹ ਪਾਰਟਨਰ ਹੁੰਦਾ ਜਿਹੜਾ ਫਰਮ ਦੇ ਨਾਲ ਤਾਂ ਡੀਲ ਕਰਦਾ ਬਟ ਫਰਮ ਦੀ ਥਰਡ ਪਾਰਟੀ ਦੇ ਨਾਲ ਡੀਲ ਨਹੀਂ ਕਰਦਾ, ਠੀਕ ਹੈ। ਜਿਹੜਾ ਡੋਰਮੈਂਟ ਪਾਰਟਨਰ ਹੁੰਦਾ ਹੈ ਜੀ, ਉਹ ਫਰਮ ਦੀਆਂ ਡੈਟਸ ਦੇ ਲਈ ਹੀ ਲਾਇਬਲ ਹੁੰਦਾ ਹੈਗਾ। ਜਿਵੇਂ ਐਕਟਿਵ ਪਾਰਟਨਰ ਫਰਮ ਦੇ ਡੈਟਸ ਲਈ ਲਾਇਬਲ ਹੁੰਦਾ, ਉੱਦਾਂ ਹੀ ਡੋਰਮੈਂਟ ਪਾਰਟਨਰ ਵੀ ਫਰਮਸ ਦੇ ਡੈਟਸ ਲਈ ਕੀ ਹੁੰਦਾ, ਲਾਇਬਲ ਹੁੰਦਾ। ਨੋਮੀਨਲ ਪਾਰਟਨਰ, ਥਰਡ ਪੁਆਇੰਟ ਇਜ਼ ਅ ਨੋਮੀਨਲ ਪਾਰਟਨਰ। ਨੋਮੀਨਲ ਪਾਰਟਨਰ ਕੀ ਹੁੰਦਾ, ਅ ਪਾਰਟਨਰ ਹੂ ਡਜ਼ ਨੋਟ ਕੰਟਰੀਬਿਊਟ ਐਨੀ ਕੈਪੀਟਲ ਔਰ ਸ਼ੇਅਰ ਇਨ ਪ੍ਰੋਫਿਟਸ। ਕੀ ਕਹਿੰਦੇ, ਜਿਹੜਾ ਮਤਲਬ ਕੀ ਹੁੰਦਾ, ਜਿਹੜਾ ਪਾਰਟਨਰ ਹੈ ਨਾ ਤਾਂ ਉਹ ਕੈਪੀਟਲ ਦੇ ਵਿੱਚ ਕੋਈ ਕੰਟਰੀਬਿਊਟ ਕਰਦਾ, ਨਾ ਉਹ ਕੋਈ ਪ੍ਰੋਫਿਟਸ ਦੇ ਸ਼ੇਅਰ ਦੇ ਵਿੱਚ ਕੰਟਰੀਬਿਊਟ ਕਰਦਾ, ਨਾ ਉਹ ਸ਼ੇਅਰਸ ਨੂੰ ਲੈਂਦਾ, ਬਟ ਲੈਂਡਸ ਹਿਜ਼ ਨੇਮ ਐਂਡ ਕ੍ਰੈਡਿਟ ਟੂ ਦਾ ਫਰਮ। ਫਰਮ ਨੂੰ ਕ੍ਰੈਡਿਟ ਵੀ ਦਿੰਦਾ ਐਂਡ ਆਪਣਾ ਨਾਮ ਵੀ ਦਿੰਦਾ ਉਹ ਫਰਮ ਨੂੰ, ਠੀਕ ਹੈ, ਉਹਨੂੰ ਅਸੀਂ ਨੋਮੀਨਲ ਪਾਰਟਨਰ ਕਹਿੰਦੇ ਹਾਂ। ਦੈਨ ਫੋਰਥ ਪੁਆਇੰਟ ਇਜ਼ ਸਬ ਪਾਰਟਨਰ। ਸਬ ਪਾਰਟਨਰ ਦੇ ਵਿੱਚ ਕੀ ਹੈ ਜੀ, ਜਿਹੜਾ ਮਤਲਬ ਜੋ ਸਬ ਪਾਰਟਨਰ ਹੁੰਦਾ ਉਹ ਇੱਕ ਸਟ੍ਰੇਂਜਰ ਹੁੰਦਾ ਐਂਡ ਸਬ ਪਾਰਟਨਰ ਡੈਟਸ ਲਈ ਲਾਇਬਲ ਨਹੀਂ ਹੁੰਦਾ। ਜੋ ਫਰਮ ਦੇ ਡੈਟਸ ਹੁੰਦੇ ਆ ਨਾ ਉਹਨਾਂ ਲਈ ਉਹ ਲਾਇਬਲ ਨਹੀਂ ਹੁੰਦਾ ਐਂਡ ਉਹਦਾ ਕੋਈ ਵੀ ਰਾਈਟ ਨਹੀਂ ਹੁੰਦਾ ਬਿਜ਼ਨਸ ਦੇ ਵਿੱਚ, ਠੀਕ ਹੈ। ਐਂਡ ਜਿਹੜਾ ਸਬ ਪਾਰਟਨਰ ਹੈ ਉਹ ਐਕਚੁਅਲ ਪਾਰਟਨਰ ਦੇ ਬਿਹਾਫ 'ਤੇ ਸ਼ੇਅਰ ਜੋ ਸ਼ੇਅਰ ਉਹਨੂੰ ਐਗਰੀਡ ਕੀਤਾ ਹੁੰਦਾ ਨਾ ਐਕਚੁਅਲ ਪਾਰਟਨਰ ਨੂੰ, ਉਹ ਵਾਲੇ ਸ਼ੇਅਰ ਨੂੰ ਉਹ ਕਲੇਮ ਕਰ ਸਕਦਾ ਸਿਰਫ ਐਕਚੁਅਲ ਪਾਰਟਨਰ ਦੇ ਬਿਹਾਫ 'ਤੇ, ਬਟ ਉਹ ਮੇਨ ਫਰਮ ਦੇ ਅਗੇਂਸਟ ਉਹਦਾ ਕੋਈ ਵੀ ਰਾਈਟ ਨਹੀਂ ਹੁੰਦਾ। ਦੈਨ ਫਿਫਥ ਪੁਆਇੰਟ ਕੀ ਆ, ਪਾਰਟਨਰ ਇਨ ਪ੍ਰੋਫਿਟਸ ਓਨਲੀ। ਇਹਦੇ ਵਿੱਚ ਕੀ ਹੁੰਦਾ, ਕਹਿੰਦੇ ਅ ਪਾਰਟਨਰ ਸ਼ੇਅਰਿੰਗ ਦ ਪ੍ਰੋਫਿਟਸ ਆਫ ਦ ਬਿਜ਼ਨਸ ਵਿਦਆਊਟ ਮੇਕਿੰਗ ਹਿਮਸੈਲਫ ਰਿਸਪੋਂਸੀਬਲ ਫॉर ਲॉसेस। ਕੀ ਕਹਿੰਦੇ ਆ, ਬਿਜ਼ਨਸ ਦੇ ਵਿੱਚ ਸਿਰਫ ਪ੍ਰੋਫਿਟਸ ਦੀ ਜਿਹੜੀ ਸ਼ੇਅਰਿੰਗ ਹੁੰਦੀ ਆ ਉਹੀ ਇਹ ਪਾਰਟਨਰ ਉਹਦੇ ਨਾਲ ਹੀ ਡੀਲ ਕਰਦਾ, ਉਹ ਲॉसेस ਦੇ ਲਈ ਰਿਸਪੋਂਸੀਬਲ ਨਹੀਂ ਹੁੰਦਾ, ਉਹ ਸਿਰਫ ਪ੍ਰੋਫਿਟਸ ਦੇ ਵਿੱਚ ਹੀ ਪਾਰਟਨਰ ਹੁੰਦਾ ਐਂਡ ਉਹਦਾ ਫਰਮ ਦੀ ਮੈਨੇਜਮੈਂਟ ਦੇ ਵਿੱਚ ਪਾਰਟੀਸਪੇਸ਼ਨ ਨਹੀਂ ਹੁੰਦੀ, ਠੀਕ ਹੈ। ਜੋ ਪਾਰਟਨਰ ਇਨ ਪ੍ਰੋਫਿਟਸ ਓਨਲੀ ਦੇ ਵਿੱਚ ਉਹਦੀ ਫਰਮ ਦੀ ਮੈਨੇਜਮੈਂਟ ਵਿੱਚ ਕੋਈ ਵੀ ਪਾਰਟੀਸਪੇਸ਼ਨ ਨਹੀਂ ਹੁੰਦੀ, ਉਹ ਸਿਰਫ ਪ੍ਰੋਫਿਟਸ ਹੀ ਲੈਂਦਾ, ਉਹਦਾ ਲॉसेस ਨਾਲ ਕੋਈ ਵੀ ਉਹ ਲॉसेस ਲਈ ਰਿਸਪੋਂਸੀਬਲ ਨਹੀਂ ਹੁੰਦਾ। ਦੈਨ ਨੈਕਸਟ ਹੈ ਬੇਟੇ ਮਾਈਨਰ ਐਜ਼ ਅ ਪਾਰਟਨਰ। ਮੈਂ ਤੁਹਾਨੂੰ ਜਿਵੇਂ ਕੱਲ੍ਹ ਵੀ ਦੱਸਿਆ ਸੀ, ਜੋ ਮਾਈਨਰ ਹੁੰਦਾ ਉਹ ਪਾਰਟਨਰ ਨਹੀਂ ਬਣ ਸਕਦਾ, ਬਟ ਅਗਰ ਸਾਰੇ ਪਾਰਟਨਰਸ ਕੰਸੈਂਟ ਦੇ ਦੇਣ, ਸਹਿਮਤੀ ਦੇ ਦੇਣ ਪਾਰਟਨਰਸ਼ਿਪ ਦੇ ਲਈ, ਦੈਨ ਉਹਨੂੰ ਐਡਮਿਟ ਕੀਤਾ ਜਾ ਸਕਦਾ, ਠੀਕ ਹੈ। ਹੀ ਮੇ ਬੀ ਐਡਮਿਟਡ ਟੂ ਦੀ ਬੈਨੀਫਿਟਸ ਆਫ ਦਾ ਪਾਰਟਨਰਸ਼ਿਪ ਵਿਦ ਦੀ ਕੰਸੈਂਟ ਆਫ ਆਲ ਦਾ ਪਾਰਟਨਰਸ। ਸਾਰੇ ਪਾਰਟਨਰਸ ਦੀ ਕੰਸੈਂਟ ਦੇ ਨਾਲ ਮਾਈਨਰ ਪਰਸਨ ਨੂੰ ਪਾਰਟਨਰਸ਼ਿਪ ਦੇ ਵਿੱਚ ਲਿਆ ਜਾ ਸਕਦਾ ਕਿਸੇ ਬੈਨੀਫਿਟ ਦੇ ਲਈ, ਠੀਕ ਹੈ। ਇਹ ਅੱਜ ਦੇ ਤੁਹਾਡੇ ਟੌਪਿਕ ਸੀਗੇ 3 ਡਿਫਰੈਂਸ ਐਂਡ ਕਾਈਂਡਸ ਆਫ ਪਾਰਟਨਰਸ, ਮਤਲਬ ਜਿਹਨੂੰ ਆਪਾਂ ਟਾਈਪਸ ਵੀ ਕਹਿ ਦਿੰਦੇ ਹਾਂ। ਥੈਂਕ ਯੂ ਰਜੀ। ਬਾਕੀ ਮੈਂ ਤੁਹਾਨੂੰ ਜੋ 2 ਟੌਪਿਕ ਰਹਿ ਗਏ ਨੇ ਤੁਹਾਡੇ ਇਹਦੇ ਵਿੱਚ, ਇੱਕ ਤਾਂ ਪਾਰਟਨਰਸ਼ਿਪ ਡੀਡ ਰਹਿ ਗਿਆ ਐਂਡ ਇੱਕ ਰਹਿ ਗਿਆ ਕਾਈਂਡਸ ਆਫ ਪਾਰਟਨਰਸ਼ਿਪ, ਉਹ ਮੈਂ ਤੁਹਾਨੂੰ ਕੱਲ੍ਹ ਅਪਲੋਡ ਕਰ ਦਾਂਗੀ ਵੀਡੀਓ। ਥੈਂਕ ਯੂ।